ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਆਪਾਂ ਕਰਾਂਗੇ ਐਕਟਿਵ ਪੈਸਿਵ। ਐਕਟਿਵ ਪੈਸਿਵ ਬਹੁਤ ਜ਼ਰੂਰੀ ਹਨ। ਆਇਲਸ ਦੀ ਰਾਈਟਿੰਗ ਟਾਸਕ 2 ਦੇ ਵਿੱਚ ਵੀ ਇਹ ਬਹੁਤ ਹੈਲਪਫੁਲ ਹੁੰਦੇ ਆ। ਜੇ ਤੁਸੀਂ ਪੈਸਿਵ 'ਚ ਰਾਈਟਿੰਗ ਲਿਖਦੇ ਹੋ ਤਾਂ ਤੁਹਾਡਾ ਬੈਂਡ ਸਕੋਰ ਕੀ ਹੈ, ਇਨਕਰੀਜ਼ ਹੋ ਜਾਂਦਾ ਹੈ। ਚਲੋ ਜੀ ਸਟਾਰਟ ਕਰਦੇ ਹਾਂ ਫਿਰ ਅੱਜ ਦੀ ਕਲਾਸ। ਐਕਟਿਵ ਪੈਸਿਵ, ਠੀਕ ਹੈ ਜੀ। ਹੁਣ ਤੱਕ ਜਿਹੜਾ ਵੀ ਆਪਾਂ ਕੀਤਾ ਉਹ ਕੀ ਕੀਤੇ ਨੇ, ਐਕਟਿਵ। ਹੁਣ ਤੱਕ ਆਪਾਂ ਨੇ ਕੀਤਾ ਐਕਟਿਵ। ਐਕਟਿਵ 'ਚ ਕੀ ਹੁੰਦਾ ਸੀ ਰੂਲ ਆਪਣਾ, ਸਬਜੈਕਟ ਪਲੱਸ ਹੈਲਪਿੰਗ ਵਰਬ ਪਲੱਸ ਵਰਬ ਪਲੱਸ ਆਬਜੈਕਟ। ਹੁਣ ਕੀ ਹੋਊਗਾ, ਇਹ ਤਾਂ ਸੀ ਆਪਾਂ ਸਬਜੈਕਟ ਤੋਂ ਆਬਜੈਕਟ ਤੇ ਜਾਂਦੇ ਸੀਗੇ, ਇਹ ਤਾਂ ਸੀ ਐਕਟਿਵ, ਠੀਕ ਹੈ ਜੀ। ਪੈਸਿਵ 'ਚ ਕੁਛ ਨਹੀਂ ਹੁੰਦਾ ਜੀ, ਬਸ ਫਾਰਮ ਚੇਂਜ ਹੁੰਦੀ ਹੈ, ਸੈਂਟੈਂਸ ਦਾ ਮੀਨਿੰਗ ਸੇਮ ਹੀ ਰਹਿੰਦਾ। ਪੈਸਿਵ ਕੀ ਹੋ ਜਾਊਗਾ, ਆਪਾਂ ਨੇ ਕੀ ਕਰਨਾ, ਆਬਜੈਕਟ ਨੂੰ ਫਸਟ ਨੰਬਰ ਤੇ ਲਿਆਉਣਾ, ਹੈਲਪਿੰਗ ਵਰਬ ਆਪਣੀ ਉੱਥੇ ਹੀ ਰਹਿਣੀ ਹੈ, ਵਰਬ ਵੀ ਨਹੀਂ ਆਪਾਂ ਨੇ ਚੇਂਜ ਕਰਨੀ, ਤੇ ਸਬਜੈਕਟ ਕੀ ਹੈ ਪਿੱਛੇ ਚੱਲ ਜੂਗਾ। ਮਤਲਬ ਕਿ ਆਪਾਂ ਪਹਿਲਾਂ ਤਾਂ ਸਬਜੈਕਟ ਤੋਂ ਆਬਜੈਕਟ ਤੇ ਜਾਂਦੇ ਸੀ, ਹੁਣ ਕੀ ਆਪਾਂ ਨੇ ਆਬਜੈਕਟ ਤੋਂ ਸਬਜੈਕਟ ਤੇ ਜਾਣਾ। ਸਿੰਪਲ ਫਾਰਮੂਲਾ ਹੈ। ਇਸ ਦੇ ਲਈ ਆਪਾਂ ਇੱਕ ਚਾਰਟ ਦੇਖਦੇ ਹਾਂ ਪਹਿਲਾਂ। ਜਦੋਂ ਆਪਾਂ ਨੇ ਇਸ ਨੂੰ ਫਾਰਮ ਨੂੰ ਚੇਂਜ ਕਰਨਾ ਤਾਂ ਕੀ ਚੇਂਜ ਹੋਏਗਾ, ਸਬਜੈਕਟ ਟੂ ਆਬਜੈਕਟ। ਜਦੋਂ ਪੈਸਿਵ ਫਾਰਮ 'ਚ ਲਿਖਣਾ, ਠੀਕ ਹੈ ਜੀ। ਹੁਣ ਐਕਟਿਵ 'ਚ ਹੁੰਦਾ ਆਪਣੇ ਕੋਲ ਡੂ ਤੇ ਡਸ। ਜਦੋਂ ਵੀ ਤੁਹਾਨੂੰ ਐਕਟਿਵ ਫਾਰਮ 'ਚ ਡੂ ਜਾਂ ਡਸ ਲਿਖਿਆ ਆਉਂਦਾ ਤਾਂ ਪੈਸਿਵ ਫਾਰਮ ਜਦੋਂ ਆਪਾਂ ਨੇ ਚੇਂਜ ਕਰਨੀ ਹੈ ਤਾਂ ਆਪਾਂ ਨੇ ਉਸਨੂੰ ਕਾਹ 'ਚ ਕਨਵਰਟ ਕਰ ਦੇਣਾ, ਇਜ਼ ਐਮ ਆਰ। ਜਦੋਂ ਆਪਣੇ ਕੋਲ ਇਜ਼ ਐਮ ਆਰ ਆ ਗਿਆ, ਕੰਟੀਨਿਊਸ ਦੀ ਗੱਲ ਹੋ ਗਈ, ਤਾਂ ਆਪਾਂ ਨੇ ਉਸਨੂੰ ਕਾਹ 'ਚ ਕਨਵਰਟ ਕਰ ਦੇਣਾ, ਇਜ਼ ਐਮ ਆਰ ਪਲੱਸ ਕੀ ਲੱਗ ਜੂਗਾ, ਇਸ ਦੇ ਨਾਲ ਵੀ ਬੀਇੰਗ, ਐਮ ਦੇ ਨਾਲ ਵੀ ਬੀਇੰਗ ਤੇ ਆਰ ਦੇ ਨਾਲ ਵੀ ਬੀਇੰਗ, ਠੀਕ ਹੈ ਜੀ। ਜਦੋਂ ਹੈਜ਼ ਹੈਵ ਆ ਗਿਆ, ਹੈਜ਼ ਹੈਵ ਦੇ ਨਾਲ ਕੀ ਲਗਾ ਦੇਣਾ ਆਪਾਂ ਨੇ, ਬੀਨ। ਹੈਜ਼ ਹੈਵ ਬੀਨ ਜਦੋਂ ਐਕਟਿਵ 'ਚ ਹੈ ਤਾਂ ਇਹ 'ਚ ਆਪਾਂ ਨੇ ਕੋਈ ਚੇਂਜ ਨਹੀਂ ਕਰਨਾ, ਐਜ਼ ਇਟ ਇਜ਼ ਹੀ ਲਿਖ ਦੇਣਾ, ਠੀਕ ਹੈ, ਨੋ ਚੇਂਜ। ਇਹ ਰੂਲ ਫੋਲੋ ਕਰ ਲਓ ਜੀ। ਪ੍ਰੈਜ਼ੈਂਟ ਇੰਡੈਫੀਨੇਟ, ਕੰਟੀਨਿਊਸ, ਪਰਫੈਕਟ, ਪਰਫੈਕਟ ਕੰਟੀਨਿਊਸ, ਠੀਕ ਹੈ। ਜਦੋਂ ਡੂ ਡਜ਼ ਆ ਗਿਆ ਤਾਂ ਇਜ਼ ਐਮ ਆਰ 'ਚ ਕਨਵਰਟ ਕਰਨਾ, ਇਜ਼ ਐਮ ਆਰ ਆ ਗਿਆ ਤਾਂ ਆਪਾਂ ਨੇ ਪਲੱਸ ਬੀਇੰਗ ਲਗਾਉਣਾ ਹੈ। ਹੈਜ਼ ਹੈਵ ਆ ਗਿਆ ਤਾਂ ਆਪਾਂ ਨੇ ਬੀਨ। ਜਦੋਂ ਹੈਜ਼ ਹੈਵ ਬੀਨ, ਹੈਜ਼ ਬੀਨ, ਹੈਵ ਬੀਨ ਹੈ ਤਾਂ ਆਪਾਂ ਕੋਈ ਚੇਂਜ ਨਹੀਂ ਕਰਨਾ, ਐਜ਼ ਇਟ ਇਜ਼ ਹੀ ਪੈਸਿਵ ਦੇ ਵਿੱਚ ਲਿਖਣਾ, ਠੀਕ ਹੈ ਜੀ। ਨੈਕਸਟ ਹੈ ਪਾਸਟ। ਜਦੋਂ ਆਪਣੇ ਕੋਲ ਹੋ ਗਿਆ ਡਿਡ, ਪਾਸਟ ਇੰਡੈਫੀਨਿਟ, ਤਾਂ ਆਪਾਂ ਨੇ ਜਦੋਂ ਪੈਸਿਵ 'ਚ ਚੇਂਜ ਕਰਨਾ ਕੀ ਆ ਜਾਊਗਾ, ਵਾਜ਼ वर। ਡਿਡ ਨੂੰ ਕੱਟ ਕੇ ਆਪਾਂ ਲਿਖ ਦਾਂਗੇ, ਜੇ ਸਿੰਗੂਲਰ ਹੈ ਤਾਂ ਵਾਜ਼, ਪਲੂਰਲ ਹੈ ਤਾਂ ਵਰ। ਜੇ ਹੁਣ ਵਾਜ਼ वर ਆਪਣੇ ਕੋਲ ਐਕਟਿਵ ਦੇ ਵਿੱਚ ਤਾਂ ਫਿਰ ਕੀ ਆ ਜਾਊਗਾ, ਬੀਇੰਗ ਐਡ ਹੋ ਜਾਏਗਾ, ਪਲੱਸ ਬੀਇੰਗ। ਹੈਡ ਆ ਗਿਆ, ਹੈਡ ਦੇ ਨਾਲ ਕੀ ਐਡ ਕਰ ਦੇਣਾ ਆਪਾਂ ਨੇ, ਬੀਨ, ਹੈਡ ਬੀਨ। ਪਰ ਜਦੋਂ ਆਪਣੇ ਕੋਲ ਹੈਡ ਬੀਨ ਆ ਗਿਆ, ਉਹਨੂੰ ਆਪਾਂ ਕੀ ਕਰਨਾ, ਕੋਈ ਚੇਂਜ ਨਹੀਂ ਕਰਨਾ, ਨੋ ਚੇਂਜ। ਹੈਡ ਬੀਨ ਦਾ ਹੈਡ ਬੀਨ ਹੀ ਆਊਗਾ। ਸਿੰਪਲ। ਡਿਡ ਆ ਗਿਆ, ਵਾਜ਼ वर 'ਚ ਕਨਵਰਟ ਹੋ ਜਾਊਗਾ, ਵਾਜ਼ वर ਆ ਗਿਆ ਤਾਂ ਬੀਇੰਗ ਲੱਗ ਜਾਣਾ। ਜਦੋਂ ਹੈਡ ਆ ਗਿਆ ਤਾਂ ਆਪਾਂ ਨੇ ਬੀਨ ਐਡ ਕਰ ਦੇਣਾ, ਜਦੋਂ ਹੈਡ ਬੀਨ ਆ ਗਿਆ ਤਾਂ ਕੋਈ ਵੀ ਚੇਂਜਸ ਨਹੀਂ ਹੋਣੇ। ਫਿਊਚਰ ਦੇਖਦੇ ਹਾਂ ਉਹਨੂੰ। ਇਸੇ ਕਰਕੇ ਮੈਂ ਕਿਹਾ ਸੀ ਵੀ ਆਪਣੇ ਟੈਂਸ ਦੇ ਫਾਰਮੂਲੇ ਜਿਹੜੇ ਰੂਲ ਪੜ੍ਹਿਓ, ਠੀਕ ਹੈ। ਜਦੋਂ ਆ ਗਿਆ ਵਿਲ ਜਾਂ ਸ਼ੈਲ, ਸੋ ਕੀ ਲਗਾ ਦੇਣਾ ਆਪਾਂ ਨੇ, ਵਿਲ ਬੀ ਜਾਂ ਸ਼ੈਲ ਬੀ। ਇਕੱਲਾ ਵਿਲ ਵੀ ਲਗਾ ਸਕਦੇ ਹੋ, ਠੀਕ ਹੈ, ਤੁਸੀਂ ਹਰੇਕ ਦੇ ਨਾਲ, ਵਿਲ ਬੀ। ਨੈਕਸਟ, ਜਦੋਂ ਵਿਲ ਬੀ ਜਾਂ ਸ਼ੈਲ ਬੀ ਆ ਗਿਆ ਐਕਟਿਵ ਦੇ ਵਿੱਚ ਤਾਂ ਕੋਈ ਚੇਂਜ ਨਹੀਂ ਹੋਣਾ, ਨੋ ਚੇਂਜ। ਜਦੋਂ ਵਿਲ, ਸ਼ੈਲ ਤੇ ਹੈਵ, ਫਿਰ ਕੀ ਲਗਾਉਣਾ ਆਪਾਂ ਨੇ, ਵਿਲ, ਸ਼ੈਲ, ਹੈਵ ਤਾਂ ਹੈਗਾ ਹੀ ਆ, ਇਹਨਾਂ ਦੇ ਨਾਲ ਕੀ ਲੱਗ ਜੂ, ਦੋਨਾਂ ਦੇ ਨਾਲ ਬੀਨ। ਵਿਲ ਹੈਵ ਬੀਨ, ਸ਼ੈਲ ਹੈਵ ਬੀਨ।
ਜਦੋਂ ਹੁਣ ਆ ਗਿਆ will shall have been ਤਾਂ ਆਪਾਂ ਨੇ ਕੋਈ ਚੇਂਜ ਨਹੀਂ ਕਰਨਾ, ਐਜ਼ ਇਟ ਇਜ਼ ਲਿਖ ਦੇਣਾ, ਨੋ ਚੇਂਜ। ਹੁਣ ਫਿਊਚਰ ਦੇ ਵਿੱਚ ਦੇਖ ਲਓ ਦੋ ਚ ਨੋ ਚੇਂਜ ਹੋਣਾ, ਇੱਕ ਤਾਂ ਜਦੋਂ will ਵੀ ਆ ਗਿਆ shall ਵੀ ਆ ਗਿਆ, ਜਦੋਂ will have been ਆ ਗਿਆ ਤੇ shall have been ਆ ਗਿਆ। ਠੀਕ ਹੈ ਜੀ, ਇਹ ਚਾਰਟ ਨੂੰ ਆਪਾਂ ਨੇ ਫੋਲੋ ਕਰਨਾ ਹੈ। ਹੁਣ ਹੈ ਇੱਕ ਆਪਾਂ ਹੋਰ ਚਾਰਟ ਹੈ ਛੋਟਾ ਜਿਹਾ, ਤੁਹਾਨੂੰ ਦੱਸਿਆ ਸੀ ਹੀ ਜਦੋਂ ਲੜਕਾ ਹੈ ਤਾਂ ਆਪਾਂ ਨੇ ਉਹਨੂੰ ਜਦੋਂ ਪੈਸਿਵ ਚ ਚੇਂਜ ਕਰਨਾ ਹੈ, ਹੀ ਦਾ ਵੈਸੇ ਕਿਸ ਚ ਚੇਂਜ ਹੋ ਜਾਊਗਾ, ਹਿਮ ਚ, ਪਰ ਅੱਗੇ ਆਪਾਂ ਕੀ ਲਗਾ ਦਾਂਗੇ, ਬਾਏ। ਬਾਏ ਦਾ ਮਤਲਬ ਇੱਥੇ ਕੀ ਹੈ, ਦੁਆਰਾ, ਉਸਦੇ ਦੁਆਰਾ ਇਹ ਕੰਮ ਕੀਤਾ ਜਾ ਰਿਹਾ, ਜਾਂ ਉਹ ਕੰਮ ਕਰ ਰਿਹਾ, ਜਾਂ ਉਸਦੇ ਦੁਆਰਾ ਉਹ ਕੰਮ, ਉਸਦੇ ਦੁਆਰਾ ਇਹ ਕੰਮ ਹੋ ਰਿਹਾ ਹੈ, ਜਾਂ ਉਹ ਇਹ ਕੰਮ ਕਰ ਰਿਹਾ ਹੈ। ਮੀਨਿੰਗ ਸੇਮ ਹੈ ਸੈਂਟੈਂਸ ਦਾ, ਬਾਏ ਆਪਾਂ ਸਿਰਫ ਦੁਆਰਾ ਦੇ ਲਈ ਇੱਥੇ ਲਗਾਵਾਂਗੇ। ਠੀਕ ਹੈ ਜੀ, ਸ਼ੀ, ਇਟ, ਨੇਮ, ਆਈ, ਵੀ, ਯੂ, ਦੇ। ਸ਼ੀ ਦਾ ਕੀ ਹੋ ਜਾਊਗਾ, ਜਦੋਂ ਗਰਲ ਹੈ ਬਾਏ ਲੱਗ ਜਾਊਗਾ ਹਰ, ਇਟ ਹੈ ਬਾਏ ਇਟ, ਨੇਮ, ਨੇਮ ਦਾ ਨੇਮ ਹੀ ਆ ਜਾਊਗਾ ਬਾਏ ਨੇਮ, I by me, we by us, you by you, they by them। ਹੁਣ ਦੇਖ ਲਓ ਜੀ, ਜਦੋਂ ਪੈਸਿਵ ਚ ਆਪਾਂ ਨੇ ਚੇਂਜ ਕੀਤਾ, ਸਬਜੈਕਟ ਨੂੰ ਆਬਜੈਕਟ ਚ ਚੇਂਜ ਕੀਤਾ। ਠੀਕ ਹੈ, ਜਦੋਂ ਪੈਸਿਵ ਚ ਆਪਾਂ ਨੇ ਲਗਾਉਣਾ ਹੈ, ਇਹ ਸੀ ਸਬਜੈਕਟ, ਇਹ ਸੀ ਆਬਜੈਕਟ, ਇਹ ਆਪਾਂ ਆਬਜੈਕਟ ਕੀ ਹੈ ਪੈਸਿਵ ਦੇ ਲਈ ਜਦੋਂ ਯੂਜ਼ ਕਰਨੇ ਨੇ। ਠੀਕ ਹੈ ਜੀ, ਹੀ ਦਾ ਬਾਈ ਹਿਮ, ਸ਼ੀ ਦਾ ਬਾਈ ਹਰ, ਇਟ ਦਾ ਬਾਈ ਇਟ, ਨੇਮ ਦਾ ਬਾਈ ਨੇਮ, ਆਈ ਦਾ ਬਾਈ ਮੀ, ਵੀ ਦਾ ਬਾਈ ਅਸ, ਐਂਡ ਯੂ ਦਾ ਬਾਈ ਯੂ, ਦੇ ਦਾ ਬਾਈ them। ਹੁਣ ਇਸ ਦਾ ਫਾਰਮੂਲਾ ਦੇਖ ਲਓ ਕੀ ਹੈ, ਰੂਲ ਕੀ ਹੈ, ਪੈਸਿਵ ਦਾ ਆਬਜੈਕਟ प्लस हेल्पिंग वर्ब प्लस वर्ब प्लस सबजैक्ट। जो आप एक्टिव का करते होंगे सी तां की हुंदा सी सबजैक्ट प्लस हेल्पिंग वर्ब प्लस वर्ब प्लस ऑब्जैक्ट, कुछ नहीं चेंज होया सबजैक्ट ते ऑब्जैक्ट तो बिना, हेल्पिंग वर्ब भी उत्थे है ते वर्ब भी उत्थे है। ठीक है जी, सो हुण आपां रूल कर लिया, हुण आपां एग्जाम्पल करते हैं, उहदे नाल तुहानूं होर क्लीयर हो जाऊगा। एग्जाम्पल है फर्स्ट, ओह कार चला रहा है। सिंपल पहले आप एक्टिव बनाने इसका की है, ये कॉन्टीन्यूस प्रेजेंट कॉन्टीन्यूस है। ओह की हो जाऊगा सब्जेक्ट दा, ही सिंगल है, ही इज ड्राइविंग कार। हुण अपन ने बनाना पैसिव च। ਹੁਣ देखो ये सीगा जो कॉन्टीन्यूस बनाते सी वर्ब की फस्ट फॉर्म के नाल ING लाना है, बट जो हुण एक ध्यान च रखना, जो अपने पैसिव बनाना है, कोई भी टेंस आ गया कुछ भी आ गया, अपने की है वर्ब की थर्ड फॉर्म ही लगानी है। पैसिव के लिए हमेशा वर्ब की थर्ड फॉर्म ही लगेगी, ये ध्यान च रखना है। ही इज़ ड्राइविंग कार, हुण की कहा अपने पहला, हुण ये अपन पता है वर्ब तो बाद हमेशा की हुंदा अपने कोल ऑब्जैक्ट हुंदा। जे तुहानूं नहीं भी पता लगता, मान लो बड़ा सेंटेंस आ गया, तो तुसीं की है ध्यान च रखना है वर्ब तो बाद हमेशा ऑब्जैक्ट होगा। सो अपने हुण फस्ट ते ऑब्जैक्ट नूं लैके आउणा है, तां आ जाऊगा कार, उस तो बाद की लगाउणा हेल्पिंग वर्ब, कार इज दे नाल आपां की कन्वर्ट करना सी, जदों इज एम आर आ गया तां की लगाउणा नाल बीइंग, कार इज बीइंग। हुण की लगाउणी है वर्ब दी थर्ड फॉर्म, ड्राइव दा की हुंदा है ड्रिवन हुंदी है थर्ड फॉर्म, कार इज ड्रिवन बाय, ओह कार चला रहा है, ही दा की हो जाऊगा बाय हिम, कार इज बीइंग ड्रिवन बाय हिम। सिंपल जी, अपने ये हो गया ऑब्जैक्ट, वर्ब तो बाद हमेशा ही ऑब्जैक्ट हुंदा, ध्यान च रखना है। कई बार अगर तुहानूं पछाण च दिक्कत आती है तां की है, ये ध्यान रखना है भी वर्ब तो बाद जिहड़ी भी वो लिखा वर्ड है वो की है ऑब्जैक्ट है। ठीक है, उन्होंने अपने फर्स्ट ते रखा, इज द एम आर दे नाल जदों कन्वर्ट करना है बीइंग ऐड हो जाऊगा,
ड्रिवन बाय हिम, हिम ही दा चेंज करता आपां ने। पैसिव वॉइस है जिहड़ी ये राइटिंग च पार्ट 2 आइल्स दे विच बहुत जरूरी है जी, बहुत काम आउंदी है। सो कॉन्टीन्यूस प्रेजेंट कॉन्टीन्यूस ही ज़्यादा यूज हुंदा, सो ध्यान नाल। सैकेंड एग्जाम्पल है, मैं ताजमहल देख चुका हाँ। की बन जाएगा एक्टिव, आई हैव सीन द ताजमहल। हुण आपां ने बनाउणा इहदा पैसिव। पैसिव च हुण मैं की कहा, सीन तो बाद वर्ब तो बाद हमेशा की है, ये अपनी वर्ब है। वर्ब तो बाद की हुंदा ऑब्जैक्ट, की आ जाऊगा द ताजमहल। हुण इत्थे दा देखो आई दे नाल आपां ने पढ़िया भी आई दे नाल की लगना, हैव लगना, ठीक है। यू दे नाल भी हैव लगना है। बट हुण ताजमहल तो इत्थे सिंगुलर है। हुण आपां ये तां नहीं है भी इत्थों फॉर्म देखी, वर्ब हैल्पिंग वर्ब देखिया ते चक के इत्थे लाता। बट आपां ने ध्यान रखना जो वर्ब इत्थे सिंगुलर आ गई तुहाडा, फिर आपां ने जो इत्थे ऑब्जैक्ट की है थोड़ा इत्थे सिंगुलर है, तो आपां उस दे अकॉर्डिंग लगाने ने हैल्पिंग वर्ब। हुण इत्थे की लगूगा, हैज़ आ जाऊगा, क्योंकि यह की है सिंगुलर है। जे इत्थे प्लूरल हुंदा तां इत्थे हैव रहना सी। हुण यह की है सिंगुलर है ताजमहल, तां आपां ने हैज़ लगाता, ठीक है जी। हैज़ दे नाल की लगाउणा जदों कन्वर्ट करना पैसिव वॉइस दे विच, बीन। द ताजमहल हैज़ बीन। हुण रूल की सीगा तुहाडा, ऑब्जैक्ट प्लस हैल्पिंग वर्ब प्लस वर्ब प्लस सब्जैक्ट, ठीक है जी। हुण अपने आ रूल फॉलो किया, पहला इत्थे सब्जैक्ट हैल्पिंग वर्ब प्लस वर्ब प्लस ऑब्जैक्ट। द ताजमहल हैज़ बीन, थर्ड फॉर्म ही आनी है, सीन ही लगे, इत्थे भी थर्ड फॉर्म ही लगे। सो आपां भी की लगा देंगे, सीन बाय मी। आई दा की कन्वर्ट करता आपां ने, बाय मी। सिंपल है, द ताजमहल हैज़ बीन सीन बाय मी। बस ये ध्यान रखना है जो इत्थे तुहाडा की है ऑब्जैक्ट की आ गया, सिंगुलर आ गया, तो तुसीं भी इत्थे की है सिंगुलर के हिसाब नाल चलना। ये नहीं हैगा भी उही चक के आपां इत्थे कॉपी कर देना। थर्ड एग्जाम्पल है, ओह कार चलाउंदा है। हुण की है प्रेजेंट इंडेफिनेट है, सिंगुलर है, एस या ई एस लगाने आपां सिंगुलर दे नाल, ठीक है। ओह की हो गया, ही ड्राइव्स, एस लग जूगा, कार, ही ड्राइव्स कार। हुण ये तो है गया एक्टिव। जदों हुण आपां ने पैसिव बनाउणा, पैसिव बनाउणा तां की कहने आपां, पहला ऑब्जैक्ट लियाउणा है, फिर ऑब्जैक्ट की इत्थे कार है, ठीक है जी। वर्ब तो बाद हमेशा ऑब्जैक्ट ही हुंदा, ते सब्जैक्ट हैगा ही। बट हुण इत्थे आपां ने हैल्पिंग वर्ब की लगाउणा वो भी देखना पऊगा। हुण अपने कोल दो केस आउणगे, प्रेजेंट इंडेफिनेट ते पास्ट इंडेफिनेट, जिस दे विच की है जदों भी ये जो आपां नूं पता, जदों आपां नैगेटिव या इंडेरोगेटिव बनाउने आ, इह की लगदा डू या डज, ठीक है। तां हुण इत्थे की लग जूगा, इज, एम, आर। अकॉर्डिंग टू लगूगा भी सिंगुलर है या प्लूरल है। आपां करके गए ना, जो डू डस की गल हो जाए, हुण इत्थे आपां ने अपने नाल देखना है भी, अपने तरीके नाल देखना है भी डू डस की गल हो रही है, इत्थे की है सिंगुलर फॉर्म लग रही है, तां आपां की लगावांगे, कार इज। हुण इदां ही जे पास्ट इंडेफिनेट आ गया, जो डिड लगदा इस दे विच, तां की आपां ने लगा देना उच वॉज या फिर वर, सिंगुलर या प्लूरल के अकॉर्डिंग। हुण कार इज, फिर ਇਹਦੇ ਨਾਲ ਬੀइंग नहीं लगना, क्योंकि अपन ये डू ते डज तो कन्वर्ट करते हैं, उदों बीइंग नहीं लगता, ठीक है जी। कार इज, थर्ड फॉर्म की है, ड्रिवन बाय हिम। कार इज ड्रिवन बाय हिम, ठीक है जी। हुण जदों भी ये तो सी सिंपल सेंटेंस, हुण देखो जी, जदों भी किते प्रैपोजिशन आ गई तुहानूं, एट, ऑन,
फॉर, विद, इन, मतलब कि ਜਿਹੜੀਆਂ ਵੀ ਪ੍ਰੈਪੋਜੀਸ਼ਨ ਆ ਗਈਆਂ ਐਟਸੈਕਟਰਾ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਕੁਝ ਵੀ ਲਿਖਿਆ ਹੋਇਆ ਸੈਂਟੈਂਸ ਦੇ ਵਿੱਚ, ਮੰਨ ਲਓ ਇੱਥੇ ਆ ਗਈ ਵਿਦ ਆ ਗਿਆ, ਵਿਦ ਤੋਂ ਬਾਅਦ ਜਿਹੜਾ ਵੀ ਪਿੱਛੇ ਸੈਂਟੈਂਸ ਦੀ ਲਾਈਨ ਹੈ, ਜਦੋਂ ਉਹਨੂੰ ਆਪਾਂ ਨੇ ਆਬਜੈਕਟ ਉਹ ਕਰਨਾ ਹੈ, ਪੈਸਿਵ ਬਣਾਉਣਾ ਹੈ, ਤਾਂ ਐਜ਼ ਇਟ ਇਜ਼ ਹੀ ਰਹਿ ਜੂਗੀ। ਉਸ ਤੋਂ ਪਹਿਲਾਂ ਆਪਾਂ ਨੇ ਦੇਖਣਾ ਹੈ ਆਬਜੈਕਟ, ਉਸ ਤੋਂ ਪਹਿਲਾਂ ਇੱਧਰ ਆਬਜੈਕਟ ਹੋਊਗਾ, ਉਹ ਚੱਕ ਕੇ ਆਪਾਂ ਨੇ ਸੈਂਟੈਂਸ ਬਣਾਉਣਾ ਹੈ। ਵਿਦ ਤੋਂ ਬਾਅਦ ਜਿਹੜਾ ਪ੍ਰੈਪੋਜੀਸ਼ਨ ਤੋਂ ਬਾਅਦ ਵਾਲਾ ਸੈਂਟੈਂਸ ਹੈ, ਜਿਹੜਾ ਉਹ ਐਕਟਿਵ 'ਚ ਆ, ਉਹੀ ਪੈਸਿਵ 'ਚ ਸੇਮ ਐਜ਼ ਇਟ ਇਜ਼ ਰਹੂਗਾ। ਉਹਦੀ ਜਗ੍ਹਾ ਆਪਾਂ ਨਹੀਂ ਬਦਲਣੀ ਹੈਗੀ, ਉਹਦੀ ਪਲੇਸ ਨਹੀਂ ਚੇਂਜ ਹੋਣੀ, ਉਹ ਉੱਥੇ ਦੀ ਉੱਥੇ ਰਹਿਣੀ ਹੈ। ਜਦੋਂ ਹੁਣ ਆਪਾਂ ਐਗਜ਼ਾਮਪਲ ਕਰਾਂਗੇ ਉਹਦੇ ਨਾਲ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਜਦੋਂ ਪ੍ਰੈਪੋਜੀਸ਼ਨ ਆ ਗਈ, ਉਹ ਵਰਡ ਹੈ ਜਿਹੜੇ ਆਪਾਂ ਨੇ ਉੱਥੇ ਦੇ ਉੱਥੇ ਹੀ ਰੱਖਣੇ ਆ, ਸਿਰਫ ਆਬਜੈਕਟ ਨੂੰ ਲਿਆਉਣਾ ਅੱਗੇ। सेंटेंस है द गवर्नमेंट इज टेकिंग प्रिवेंटिव मेजर्स टू कंट्रोल इन्फ्लेशन, महंगाई। ਕੀ ਲਿਖਿਆ ਮੈਂ, ਸਰਕਾਰ ਕੀ ਹੈ, ਮਹਿੰਗਾਈ ਨੂੰ ਕਾਬੂ ਕਰਨ ਦੇ ਲਈ, ਰੋਕਥਾਮ ਦੇ ਉਪਾਅ, ਮਤਲਬ ਕਿ ਉਹਨੂੰ ਕਾਬੂ ਕਰਨ ਦੇ ਲਈ ਕੁਝ ਮੈਜਰਸ ਕਰ ਰਹੀ ਹੈ, ਕੁਝ ਨਿਯਮ ਉਹ ਕਰ ਰਹੀ ਹੈ। ਇਹ ਕੀ ਹੈ, ਕੰਟੀਨਿਊਸ ਦੇ ਵਿੱਚ ਹੈ, ਠੀਕ ਹੈ। ਦ ਗਵਰਨਮੈਂਟ ਇਜ਼ ਟੇਕਿੰਗ ਪ੍ਰੀਵੈਂਟਿਵ ਮੈਜਰਸ ਟੂ ਕੰਟਰੋਲ ਇਨਫਲੇਸ਼ਨ, ਤਾਂ ਕਿ ਮਹਿੰਗਾਈ ਘਟ ਸਕੇ, ਠੀਕ ਹੈ। ਕੰਟੀਨਿਊਸ ਦੇ ਵਿੱਚ ਆ ਗਿਆ। ਹੁਣ ਇਸ ਦਾ ਆਪਾਂ ਨੇ ਪੈਸਿਵ ਬਣਾਉਣਾ ਹੈ। ਪੈਸੇ ਬਣਾਉਣਾ ਹੈ, ਮੈਂ ਕੀ ਕਿਹਾ, ਜਦੋਂ ਪ੍ਰੈਪੋਜੀਸ਼ਨ ਤੋਂ ਬਾਅਦ, ਹੁਣ ਪਤਾ ਹੈ ਆਪਾਂ ਨੂੰ ਇੱਥੇ ਆ ਕੀ ਆ ਗਈ, ਟੂ ਕੀ ਹੈ, ਪ੍ਰੈਪੋਜੀਸ਼ਨ ਹੈ, ਟੂ ਕੰਟਰੋਲ ਇਨਫਲੇਸ਼ਨ। ਇਹ ਆਪਾਂ ਨੇ ਚੇਂਜ ਨਹੀਂ ਕਰਨਾ। ਹੁਣ ਇੱਥੇ ਆਪਾਂ ਨੇ ਪਹਿਲਾਂ ਕੀ ਲੈ ਕੇ ਆਉਣਾ, ਆਬਜੈਕਟ, ਠੀਕ ਹੈ। ਆਬਜੈਕਟ ਮੈਂ ਤੁਹਾਨੂੰ ਕੀ ਦੱਸਿਆ, ਜਦੋਂ ਵੀ ਵਰਬ ਆ ਗਈ, ਵਰਬ ਤੋਂ ਬਾਅਦ ਕੀ ਹੁੰਦਾ, ਆਬਜੈਕਟ ਹੀ ਹੁੰਦਾ, ਠੀਕ ਹੈ। ਸੋ ਹੁਣ ਆਪਣਾ ਆਬਜੈਕਟ ਕੀ ਹੈ ਇੱਥੇ, ਪ੍ਰੀਵੈਂਟਿਵ ਮੈਜਰਸ, ਠੀਕ ਹੈ। ਸੋ ਸਟਾਰਟ ਹੋਊਗਾ ਆਪਣਾ ਸੈਂਟੈਂਸ, ਪ੍ਰੀਵੈਂਟਿਵ ਮੈਜਰਸ ਆਪਾਂ ਲਿਖਤਾ ਆਬਜੈਕਟ। ਹੁਣ ਆਪਾਂ ਨੇ ਲਗਾਉਣਾ ਇੱਥੇ ਹੈਲਪਿੰਗ ਵਰਬ, ਪ੍ਰੀਵੈਂਟਿਵ ਮੈਜਰਸ। ਇੱਥੇ ਕੀ ਲਿਖਿਆ ਹੋਇਆ ਇਹਨਾਂ ਨੇ, ਇਜ਼। ਜਦੋਂ ਹੁਣ ਇਜ਼ MR ਆ ਗਿਆ, ਆਪਾਂ ਨੇ ਕੀ ਲਗਾਉਣਾ ਹੁੰਦਾ, ਪਲੱਸ ਬੀਇੰਗ। ਹੁਣ ਇੱਥੇ ਤਾਂ ਗਵਰਨਮੈਂਟ ਕੱਲੀ ਸੀ, ਠੀਕ ਹੈ, ਇਜ਼ ਲਗਾਤਾ ਸੀ ਇਹਨਾਂ ਨੇ, ਸਰਕਾਰ ਦੇ ਨਾਲ। ਇੱਥੇ ਆਪਾਂ ਨੇ ਹੁਣ ਪ੍ਰੀਵੈਂਟਿਵ ਮੈਜਰਸ, ਹੁਣ ਆਪਾਂ ਇੱਥੇ ਵੀ ਧਿਆਨ ਰੱਖਣਾ। ਸੋ ਇੱਥੇ ਕੀ ਲੱਗੂਗਾ, ਆਰ ਦੇ ਨਾਲ ਕੀ ਲੱਗੂਗਾ, ਬੀਇੰਗ। ਫਿਰ ਕੀ ਲਗਾਉਣੀ ਹੈ, ਟੇਕਿੰਗ ਦੀ, ਟੇਕ ਦੀ ਥਰਡ ਫਾਰਮ ਟੇਕਨ, are taken by the government। ਬਾਕੀ ਹੁਣ ਪ੍ਰੈਪੋਜੀਸ਼ਨ ਵਾਲਾ ਆਪਾਂ ਨੇ ਚੱਕ ਕੇ ਸੇਮ ਦਾ ਸੇਮ ਐਜ਼ ਇਟ ਇਜ਼ ਪਿੱਛੇ ਉੱਥੇ ਲਿਖ ਦੇਣਾ, ਠੀਕ ਹੈ ਜੀ, ਐਂਡ ਦੇ ਵਿੱਚ। ਇਨਫਲੇਸ਼ਨ, preventive measures are being taken by the government to control inflation। ਮਹਿੰਗਾਈ ਹੁੰਦਾ ਇਨਫਲੇਸ਼ਨ। ਸਿੰਪਲ ਸੀ। ਦੇਖੋ ਜੀ, ਜੇ ਵੱਡਾ ਸੈਂਟੈਂਸ ਆ ਗਿਆ ਤਾਂ ਸਿੰਪਲ ਉਹੀ ਕੁਛ ਰਹਿਣਾ। ਆਪਾਂ ਬਸ ਟੂ ਤੋਂ ਬਾਅਦ ਹੈ ਕੀ ਹੈ, ਇੱਥੇ ਪਤਾ ਲੱਗ ਗਿਆ ਪ੍ਰੈਪੋਜੀਸ਼ਨ ਹੈ। ਸੋ ਬਾਕੀ ਆਪਾਂ ਨੇ ਚੇਂਜ ਕਰਤਾ, ਉਹ ਐਜ਼ ਇਟ ਇਜ਼ ਉੱਥੇ ਦਾ ਉੱਥੇ ਲਿਖਿਆ ਹੋਇਆ ਆ ਜਾਊਗਾ, ਠੀਕ ਹੈ ਜੀ। ਓਕੇ ਜੀ, ਇੱਕ ਹੋਰ ਐਗਜ਼ਾਮਪਲ ਕਰਦੇ ਆਪਾਂ। ਸਚਿਨ ਵਿਲ ਪਲੇ ਕ੍ਰਿਕਟ ਫॉर ਇੰਡੀਆ। ਹੁਣ ਇਸ ਦਾ ਪੈਸਿਵ ਕੀ ਬਣ ਜਾਊਗਾ, ਆਪਾਂ ਨੇ ਪੈਸਿਵ ਬਣਾਉਣਾ, ਕੀ ਦੱਸਿਆ ਹੁਣ, ਫॉर ਵੀ ਕੀ ਆਪਣੇ ਕੋਲ ਇੱਕ ਪ੍ਰੈਪੋਜੀਸ਼ਨ ਹੈ, ਇਹਨੂੰ ਆਪਾਂ ਨੇ ਨਹੀਂ ਛੇੜਨਾ। ਫॉर ਇੰਡੀਆ ਉੱਥੇ ਦਾ ਉੱਥੇ ਹੀ ਰਹਿ ਜਾਊਗਾ। ਕ੍ਰਿਕਟ ਕੀ ਆਪਣੇ ਕੋਲ, ਹੁਣ ਇੱਥੇ ਆਬਜੈਕਟ ਆ ਜਾਊਗਾ ਕ੍ਰਿਕਟ। ਵਿਲ ਜਦੋਂ ਚੇਂਜ ਕਰਨਾ ਕੀ ਐਡ ਹੋ ਜਾਏਗਾ, ਵੀ। ਸੋ ਆਪਾਂ ਨੇ ਇੱਥੇ ਕੀ ਲਗਾਉਣੀ ਹੈ, ਥਰਡ ਫਾਰਮ। ਕ੍ਰਿਕਟ ਵਿਲ ਬੀ ਪਲੇਡ ਬਾय, ਨੇਮ ਦਾ ਨੇਮ ਹੀ ਆ ਜਾਊਗਾ, ਚੇਂਜ ਨਹੀਂ ਕਰਨਾ, ਸਚਿਨ। ਬਾਕੀ ਐਜ਼ ਇਟ ਇਜ਼ ਸੇਮ ਆ ਜਾਏਗਾ, ਫॉर ਇੰਡੀਆ।
क्रिकेट विल बी प्लेड बाय सचिन फॉर इंडिया। सिंपल है जी, जो एक्टिव आ गया पैसिव बनाना है तो अपने प्रैपोजिशन है, उस तो बाद कुछ भी चेंज नहीं करना, वो एज इट इज़ दी ओदी जगह उत्थे ही रहनी है। सिंपल है जी। हुण जो आ गए तुहाडे कोल मॉडल्स तो उहदे नाल भी आपां ने की लगा देना, जिवें कैन, शुड, माइट, मे, ਜਿਹੜੇ भी हो रहे मॉडल्स ने एक्सेट्रा। ठीक है, इन्हां दे नाल की लग जूगा जो आपां ने पैसिव च चेंज करना है, कैन बी, शुड बी, माइट बी, मे बी, सारिਆਂ ਦੇ ਨਾਲ ਕੀ ਹੈ बी ऐड हो जूगा। ठीक है जी, जो भी आपां ने मॉडल्स बनाने ने पैसिव च मतलब कि जो मॉडल्स आ गए तो आपां ने उन्होंने जो पैसिव च बनाना है तो की ऐड हो जूगा, बी ऐड हो जूगा, बाकी सिंपल रहूगा। एक एग्जाम्पल करते हैं, इस दे नाल क्लीयर हो जाएगा। मैं अंग्रेजी बोल सकदा हाँ। I can speak English। ये तो हैगा एक्टिव। जो आप पैसिव बनाना है मॉडल्स नू, ठीक है जी, जो मॉडल्स आ गए वह की लगा देना, अपने बी ऐड कर देना। फर्स्ट वही ऑब्जेक्ट आ जाऊगा इंग्लिश कैन बी स्पोकन, थर्ड फॉर्म ही आनी है इत्थे भी। जो भी पैसिव बनाना बस थर्ड फॉर्म आनी है, बाय मी। इंग्लिश कैन बी स्पोकन बाय मी, होर कुछ भी चेंज नहीं होना। ठीक है जी, ओके जी, ये है तुहाडा होमवर्क। फर्स्ट सेंटेंस है डॉक्टर्स आर लर्निंग न्यू थिंग्स अबाउट कोरोना वायरस एवरी डे। सैकेंड, दे आर इम्प्लीमेंटिंग रूल्स। थर्ड, इंडस्ट्रीज आर पोल्यूटिंग द इन्वायरमेंट। फोर्थ, द बॉय टीज द गर्ल। फिफ्थ, आई विल नैवर फॉरगेट दिस एक्सपीरियंस। ये मैं ज़्यादा थोनों कॉन्टीन्यूज दे ही दिते हैं क्योंकि जो कॉन्टीन्यूज है वही अपना ज़्यादा यूज़ होंदा है राइटिंग टास्क 2 दे विच। ये टॉपिक है जो तुहाडे लई बहुत हैल्पफुल होगा जो आप आइल्स करांगे। राइटिंग टास्क 2 दे विच तुहाडी राइटिंग बहुत इंप्रूव होगी। ठीक है जी, ये है तुहाडा होमवर्क। अपना होमवर्क मैनूं कमेंट बॉक्स में भेजो। मेरे चैनल नूं सबसक्राइब करो, मेरे वीडियो ते लाइक करो, वध तो वध शेयर करो ते बैल आइकन ते क्लिक करो ताकि आने वाली वीडियो की नोटिफिकेशन तुहानूं मिल सके। ओके जी, मिलते हैं नवीं वीडियो दे नाल। बाय बाय, टेक केयर।